ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮਿਤ ਅਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪੰਚਾਇਤੀ ਚੋਣਾਂ ਨੂੰ ਲੈ ਕੇ ਖੂਨੀ ਜੰਗ ਜਾਰੀ। ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਲਿਖੀ ਚਿੱਠੀ, ਉਹਨਾਂ ਦੇ ਐਡਵੋਕੇਟ ਨੇ ਕੀਤੀ ਪ੍ਰੈਸ ਕਾਨਫਰੰਸ। ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਨੇ ਕਿਹਾ ਕਿ ਦਾਦੂਵਾਲ ਵੱਲੋਂ ਲਾਏ ਜਾ ਰਹੇ ਦੋਸ਼ ਗਲਤ ਨੇ। ਪੰਜਾਬ ਦੇ ਲੋਕਲ ਪਾਰਟੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਘਿਰੇ ਵਿਵਾਦਾਂ 'ਚ। ਹੁਣ ਖਬਰਾਂ ਵਿਸਥਾਰ ਨਾਲ। ਪੰਚਾਇਤੀ ਚੋਣਾਂ ਨੂੰ ਲੈ ਕੇ ਖੂਨੀ ਜੰਗ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਲਗਾਤਾਰ ਇਹ ਸਿਲਸਿਲਾ ਜਾਰੀ ਹੈ। ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਬਟਾਲਾ ਦੇ ਪਿੰਡ ਆਲੀਵਾਲ 'ਚ ਦਾ, ਜਿੱਥੇ ਕਾਂਗਰਸ ਪਾਰਟੀ ਦੇ ਦੋ ਗੁੱਟ ਆਪਸ ਦੇ ਵਿੱਚ ਭਿੜ ਗਏ ਅਤੇ ਇਸ ਤਕਰਾਰ ਦੇ ਵਿੱਚ ਫਾਇਰਿੰਗ ਹੋਈ ਅਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ। ਕੀ ਹੈ ਸਾਰਾ ਮਾਮਲਾ, ਤੁਸੀਂ ਖੁਦ ਹੀ ਦੇਖ ਲਓ। ਪੰਚਾਇਤੀ ਚੋਣਾਂ ਦੇ ਚੱਲਦੇ ਬਟਾਲਾ ਦੇ ਪਿੰਡ ਆਲੀਵਾਲ ਵਿਖੇ ਕਾਂਗਰਸ ਪਾਰਟੀਆਂ ਦੇ ਦੋ ਗੁੱਟਾਂ ਵਿੱਚ ਹੋਈ ਤਕਰਾਰ 'ਚ ਫਾਇਰਿੰਗ ਹੋ ਗਈ ਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉੱਥੇ ਹੀ ਜ਼ਖਮੀ ਨੌਜਵਾਨ ਦਾ ਆਰੋਪ ਹੈ ਕਿ ਫਾਇਰਿੰਗ ਕਰਨ ਵਾਲਾ ਨੌਜਵਾਨ ਵਾਂਟਡ ਗੈਂਗਸਟਰ ਹੈਰੀ ਮਜੀਠੀਆ ਹੈ। ਪੁਰਾਣੇ ਕਾਂਗਰਸੀ ਇਲੈਕਸ਼ਨ ਲੜਦੇ ਆ, ਪੁਰਾਣਾ ਗੈਂਗਸਟਰ ਆ ਗਿਆ ਹੈਰੀ ਮਜੀਠੀਆ, ਉਹਨੇ ਆਣ ਗੋਲੀਆਂ ਮਾਰਤੀਆਂ। ਉਹਨੇ ਆਪਣਾ ਮੁੰਡਾ ਇੱਕ ਪਵਿੱਤਰ ਸਿੰਘ ਨੂੰ ਉਠਾਇਆ ਸੀ। ਉਹ ਪਹਿਲਾਂ ਸਾਨੂੰ ਵੇਖ ਗਿਆ ਆਣ ਕੇ, ਤੇ ਨਾਲ ਹੈਰੀ ਮਜੀਠੀ ਦਾ ਪਿਓ ਵੀ ਬੈਠਾ ਗੱਡੀ 'ਚ, ਤੇ ਨਾਲ ਬੈਠਾ ਸੀ ਰਣਜੀਤ ਸਿੰਘ ਤੇ ਨਾਲ ਮਹਿੰਦਾ ਸਰਪੰਚ। ਤੇ ਮੈਂ ਉਦੋਂ ਸੋਚ ਗਿਆ, ਮੈਨੂੰ ਪਤਾ ਲੱਗ ਗਿਆ ਮੈਂ ਇੰਨਾ ਕੰਮ ਖਰਾਬ ਕਰਨਾ। ਮੈਂ ਪਿੱਛੋਂ ਦੀ ਹੋਟਲ ਦੇ ਪਿੱਛੋਂ ਦੀ ਨਿਕਲ ਡਿਆ ਵਾਂ। ਮੇਰੇ ਨਾਲ ਹਰਵਿੰਦਰ ਸਿੰਘ ਜੀ, ਮੇਰੇ ਤਾਏ ਦਾ ਮੁੰਡਾ, ਉਹ ਪਿੱਛੋਂ ਹੈਰੀ ਮਜੀਠੀਆ, ਦਾੜੀ ਰੱਖੀ ਉਹਨੇ ਬੜੀ ਬੜੀ। ਉਹ ਪਿਸਤੌਲ ਤੋਂ ਪਛਾਣਿਆ ਗਿਆ ਤੇ ਇੱਥੇ ਹੱਥ 'ਤੇ ਪਿਸਤੌਲ ਵਗਿਆ ਤੇ ਉਸ ਤਵੀਆਂ ਲਾਗੇ ਨਾ ਪਿਆ ਸੀ ਰੋੜਾ ਜਿਹਾ। ਇਹ ਆਂਦਾ ਕੀ ਹਾਲ ਵੀਰ, ਮੈਂ ਤਾਂ ਰੋੜਾ ਮਾਰ ਕੇ ਨਾ ਪਿਸਤੌਲ ਵੇਖ ਲਿਆ, ਮੈਂ ਤੇ ਹੈਰੀ ਆ। ਉਹ ਗੱਲ ਹੋ ਗਈ। ਮੈਂ ਪਿਸਤੌਲ ਉੱਥੇ ਰੋੜਾ ਮਾਰ ਕੇ ਤੇ ਮੈਂ ਭੱਜ ਗਿਆ। ਮੈਨੂੰ ਐਂ ਲੱਗਾ ਮੇਰੇ ਮੋਢੇ 'ਚ ਵੱਜੀ ਗੋਲੀ। ਬਾਅਦ 'ਚ ਪਤਾ ਲੱਗਾ 4 ਫੈਰ ਮੇਰੇ ਗਿੱਠੇ 'ਚ ਵੱਜ ਗਈ। ਮੁੜ ਕੇ 4 ਸਫੇਰੇ ਫਿਰਦੇ ਰਹੇ ਬੜਾ ਵੀ ਇਹਨੂੰ ਬਾਗ 'ਚੋਂ ਨਿਕਲ ਨਹੀਂ ਦੇਣਾ, ਗਾਂ ਗੋਲੀ ਮਾਰਦੀ। ਮੁੜ ਕੇ ਮੇਰੇ ਸਹੁਰਾ ਸਾਹਿਬ ਇਹਨੂੰ ਲੈ ਕੇ ਆਏ ਅਲੀਵਾਲ ਤੋਂ। ਅਸੀਂ ਸਰਪੰਚੀ ਲੜਨੇ ਜਿੱਤਣ ਡੇ ਆ। ਉਹ ਗੈਂਗਸਟਰਾਂ ਦਾ ਮੇਰਾ ਨਾਂ ਹੋਣਾ ਚਾਹੀਦਾ ਵਾ ਇਲਾਕੇ 'ਚ। ਜੇ ਮੈਂ ਹਾਰ ਗਿਆ ਤੇ ਦੁਰ ਲਾਉਣ ਤੇ ਇਹਨੇ ਪਵਿੱਤਰ ਸਿੰਘ ਮੁੰਡਾ ਉਹਨੂੰ ਉਠਾਇਆ ਅਗਲੇ ਬੰਨੇ। ਤੇ ਜੇ ਉਹਨੂੰ ਇਹ ਵੀ ਜੇ ਇਹ ਜਿੱਤ ਗਏ ਤੇ ਮੇਰੀ ਪੰਜਾਬ 'ਚ ਬੇਇੱਜ਼ਤੀ ਨਹੀਂ। ਮੈਂ ਬੜਾ ਤਗੜਾ ਆਪਣੇ ਬਦਮਾਸ਼ ਆ, ਤੁਹਾਨੂੰ ਪਤਾ। ਉਹ ਸਮਝਦਾ ਵੀ ਮੈਂ ਵਿੱਕੀ ਗੌਂਡ ਦਾ ਖਾਸ ਬੰਦਾ। ਤੁਹਾਨੂੰ ਪਤਾ ਹੀ ਹੈ, ਪਿੰਡ 'ਚ ਲੋਕਾਂ ਨੂੰ ਦਬਕੇ ਮਾਰਦਾ ਵਾ, ਕਦੀ ਉਹਦੀ ਮਾਂ ਮਾਰਦੀ, ਕਦੀ ਪਿਓ ਮਾਰਦਾ। ਅਸੀਂ ਤਾਂ ਬਥੇਰੀ ਵਾਰ ਕਿਹਾ ਲੋਕਾਂ ਨੂੰ। ਉੱਥੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਸਿਵਲ ਹਸਪਤਾਲ ਬਟਾਲਾ ਵਿਖੇ ਪੁੱਜ ਗਏ ਤੇ ਉਹਨਾਂ ਨੇ ਆਖਿਆ ਕਿ ਜ਼ਖਮੀ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਸ ਮੁਤਾਬਿਕ ਤਫਤੀਸ਼ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਸੀਡੈਂਟ ਤੇ ਹੋਇਆ, ਗੋਲੀ ਤੇ ਲੱਗੀ ਲੱਗਦੀ ਹੈ, ਪਰ ਬਾਕੀ ਵੈਰੀਫਾਈ ਕਰ ਉਹ ਦੱਸ ਰਿਹਾ, ਪਰ ਵੈਰੀਫਾਈ ਕਰ ਰਹੇ ਹਾਂ। ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਲਿਖ ਕੇ ਦਿੱਤੀ ਹੈ ਅਤੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਇਸ ਨੂੰ ਲੈ ਕੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਚਿੱਠੀ ਵਿੱਚ ਕੀ ਲਿਖਿਆ ਹੈ ਉਹ ਮੀਡੀਆ ਦੇ ਨਾਲ ਸਾਂਝਾ ਕੀਤਾ ਹੈ। ਕੀ ਲਿਖਿਆ ਹੈ ਇਸ ਚਿੱਠੀ ਵਿੱਚ, ਆਓ ਦੇਖਦੇ ਹਾਂ। ਸ਼੍ਰੀ ਅਕਾਲ ਤਖਤ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਪੱਤਰ ਲਿਖ ਬਰਗਾੜੀ ਮੋਰਚੇ ਦੇ ਆਗੂਆਂ ਵੱਲੋਂ ਆਪਸ 'ਚ ਇੱਕ ਦੂਜੇ ਤੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਤੇ ਰੋਸ ਪ੍ਰਗਟ ਕੀਤਾ ਹੈ। ਹਵਾਰਾ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਤੇ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਾਨੂੰ ਮਿਲ ਬੈਠ ਕੇ ਆਪਸ 'ਚ ਵਿਚਾਰ ਵਟਾਂਦਰਾ ਕਰ ਆਪਸੀ ਸਹਿਮਤੀ ਬਣਾ ਅਗਲੀ ਰਣਨੀਤੀ ਬਣਾਉਣੀ ਚਾਹੀਦੀ ਹੈ। ਭਾਈ ਹਵਾਰਾ ਜੀ ਨੇ ਸਭ ਤੋਂ ਵੱਡੀ ਜਿਹੜੀ ਗੱਲ ਇਹਦੇ 'ਚ ਕਹੀਏ ਵੀ ਜਿਹੜੇ ਪੰਥਕ ਆਗੂ ਮੋਰਚੇ ਨੂੰ ਚਲਾ ਰਹੇ ਸਨ, ਉਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਮੋਰਚਾ ਜੋ ਜਿੱਥੇ ਵੀ ਜਿਸ ਤਰ੍ਹਾਂ ਵੀ ਖਤਮ ਹੋਇਆ, ਉਹਦੇ 'ਤੇ ਵਿਚਾਰ ਕਰਨ ਵੀ ਇਹਦੇ 'ਚੋਂ ਕੀ ਸਾਡੀਆਂ ਪ੍ਰਾਪਤੀਆਂ ਨੇ, ਕੀ ਸਾਡੀਆਂ ਗਲਤੀਆਂ ਨੇ, ਕੀ ਹੁਣਤਾਈਆਂ, ਕੀ ਸਾਨੂੰ ਮਿਲਿਆ ਨਹੀਂ। ਉਹਦੇ ਨਾਲ ਬੈਠ ਕੇ ਵਿਚਾਰ ਕਰਕੇ ਤੇ ਫਿਰ ਅੱਗੇ ਜਿਹੜਾ ਮੋਰਚਾ ਜਿਹੜਾ ਹੈ ਜਾਂ ਕੋਈ ਹੋਰ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨ, ਜਾਂ ਬਾਕੀ ਦਾ ਜਿਹੜਾ ਹੈ ਇੱਕ ਕਮੇਟੀ ਦੀ ਉਹਨਾਂ ਨੇ ਸੁਝਾਅ ਦਿੱਤੀ 5 ਮੈਂਬਰੀ ਦੀ, ਉਹ
ਬਣਾਉਣ ਦੀ ਜਦੋਂ ਉਹਨਾਂ ਦੇ ਨਾਲ ਲੀਡਰਾਂ ਨਾਲ ਤਾਲਮੇਲ ਕਰਨਗੇ ਬਣਾ ਕੇ ਫਿਰ ਅੱਗੇ ਜਿਹੜੀ ਸਾਰਾ ਪ੍ਰੋਗਰਾਮ ਅੱਗੇ ਵਧਿਆ ਜਾਏਗਾ। ਭਾਈ ਹਵਾਰਾ ਵੱਲੋਂ ਇਹ ਪੱਤਰ ਉਸ ਸਮੇਂ ਲਿਖਿਆ ਗਿਆ ਹੈ ਜਦ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਭਾਈ ਧਿਆਨ ਸਿੰਘ ਮੰਡ ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਹਨਾਂ ਡਿਕਟੇਟਰਸ਼ਿਪ ਕਰ ਮੋਰਚਾ ਖਤਮ ਕੀਤਾ। ਹਾਂ, ਉਹਨਾਂ ਨੇ ਕਿਹਾ ਹੈ ਵੀ ਜਦੋਂ ਸਾਰਿਆਂ ਦੀ ਸਹਿਮਤੀ, ਜਦੋਂ ਇਸ ਤਰ੍ਹਾਂ ਦਾ ਕੋਈ ਅਸੀਂ ਪ੍ਰੋਗਰਾਮ ਇਕੱਠੇ ਹੋ ਕੇ ਬਣਾ ਲਾਂਗੇ ਉਦੋਂ ਇਹਦੀ ਜਿਹੜੀ ਹੈਗੀ ਕਾਰਵਾਈ ਕਰਾਂਗੇ। ਦੇਖੀਏ, ਉਹਨਾਂ ਦੇ ਵਿਚਾਰ ਜਿਹੜੇ ਨੇ ਇਹ ਪ੍ਰੈਸ ਦੇ ਵਿੱਚ ਆਉਣ ਦੀ ਇਹ ਗੱਲ ਆ ਰਹੀ ਹੈ ਵੀ ਉਹਨਾਂ ਦੇ ਡਿਫਰੈਂਸਿਸ ਨੇ, ਲੇਕਿਨ ਜਦੋਂ ਮੋਰਚਾ ਬੰਦ ਹੋਇਆ ਉਦੋਂ ਸਾਰਿਆਂ ਦੀ ਸਹਿਮਤੀ ਨਾਲ, ਇਹਦੇ 'ਚ ਦੋ ਰਾਇ ਨਹੀਂ ਹੈਗਾ। ਸਾਰੇ ਜਿਹਨੇ ਮੋਰਚੇ ਨੂੰ ਚਾਲਣ ਵਾਲੇ ਸਨ ਉਹ ਸਾਰੇ ਇਕਮਤ ਹੋ ਕੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ ਫਿਰ ਇਹ ਮੋਰਚਾ ਜਿਹੜਾ ਤੋੜਿਆ। ਵੀਰ ਜੀ, ਇਹ ਬੇਨਤੀ ਅਸੀਂ ਉਹਨਾਂ ਨੂੰ, ਇਹ ਜਥੇਦਾਰ ਸਾਹਿਬ ਵੱਲੋਂ ਇਹ ਰਿਕੁਐਸਟ ਕਰਦੇ ਵੀ ਉਹਨਾਂ ਨੂੰ ਇਹ ਮੀਟਿੰਗਾਂ ਜਿਹੜੀਆਂ ਨੇ ਬੰਦ ਕਰ ਦੇਣੀਆਂ ਚਾਹੀਦੀਆਂ, ਅਤੇ ਜੇ ਮੀਟਿੰਗਾਂ ਜਿਹੜੀਆਂ ਹੋਣਗੀਆਂ ਉਹ ਕਿ ਸਾਰੀਆਂ ਇਕੱਠੀਆਂ ਪੰਥਕ ਧਿਰਾਂ ਰਲ ਕੇ ਜੋ ਪ੍ਰੋਗਰਾਮ ਬਣਨਗੀਆਂ ਉਹਦੇ ਅਨੁਸਾਰ ਹੋਣੀਆਂ ਚਾਹੀਦੀਆਂ। ਨੰਬਰ 2, ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਵੀ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਬਿਲਕੁਲ ਨਹੀਂ ਕਰਨੀ ਚਾਹੀਦੀ। ਨਹੀਂ, ਇਹ ਗੱਲ ਮੇਰੇ ਖਿਆਲ ਜਿਹੜੀ ਠੀਕ ਨਹੀਂ ਹੈਗੀ। ਜਿਹੜਾ ਮੰਡ ਸਾਹਿਬ ਨੇ ਉਸ 'ਤੇ ਨਹੀਂ, ਜਿਹੜਾ ਅਸੀਂ ਸਟੇਜ ਦੇ ਉੱਤੇ ਕਹਿ ਦਿੱਤਾ ਸੀ ਵੀ 1 ਕਰੋੜ 40 ਲੱਖ ਦੇ ਲਗਭਗ ਪੈਸੇ ਇਕੱਠੇ ਹੋਏ ਨੇ, ਉਹਦੇ ਵਿੱਚੋਂ 22 ਲੱਖ ਰੁਪਈਆ ਬਚਦਿਆ ਹੈ, ਉਹ ਉਹਨਾਂ ਨੇ ਉੱਥੇ ਸਟੇਜ 'ਤੇ ਰੱਖ ਦਿੱਤਾ ਸੀ। ਅਤੇ ਜੇ ਕੋਈ ਐਵੇਂ ਕਹੀ ਜਾ ਵੀ ਕਰੋੜਾਂ ਅਰਬਾਂ ਰੁਪਏ ਆ ਗਏ ਨੇ, ਇਹ ਗੱਲ ਹੈ। ਇਹ ਜਦੋਂ ਮੂਵਮੈਂਟਾਂ ਚੱਲਦੀਆਂ ਨੇ, ਜੇ ਪੈਸੇ ਦਾ ਕੋਈ ਪ੍ਰਬੰਧ, ਜੇ ਕੋਈ ਝਗੜਾ ਹੈ ਤੇ ਉਹ ਪ੍ਰਬੰਧਕ ਆਪਸ ਵਿੱਚ ਦੀ ਜਿਹੜੇ ਕਰ ਲੈਣਗੇ। ਤੇ ਵੈਸੇ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਬਹੁਤ ਅੱਛੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਜਿੰਨੇ ਪੈਸੇ ਆਏ ਨੇ ਸਾਰਿਆਂ ਲੋਕਾਂ ਨੂੰ ਦੱਸ ਦੇਣੇ ਚਾਹੀਦੇ ਵੀ ਉਹਨਾਂ ਨੇ ਵੈਸੇ ਦੱਸ ਦਿੱਤਾ ਹੈ। ਜੇ ਕਿਸੇ ਨੂੰ ਹੋਰ ਸ਼ੱਕ ਬਣਦੇ ਤਾਂ ਉਹ ਆਪਣੇ ਜਿਹੜਾ ਸ਼ੱਕ ਕਲੀਅਰ ਕਰ ਲੇ, ਲੇਕਿਨ ਦੂਸ਼ਣਬਾਜ਼ੀ ਨਹੀਂ ਹੋਣੀ। ਵੀ ਮੋਰਚਾ ਕੁਝ ਸੱਜਣ ਜਾਂ ਕੁਝ ਸੰਗਤਾਂ ਇਹ ਮਹਿਸੂਸ ਕਰਦੀਆਂ ਵੀ ਗਲਤ ਤਰੀਕੇ ਨਾਲ ਖਤਮ ਹੋਇਆ, ਅਜੇ ਨਹੀਂ ਸੀ ਹੋਣਾ ਚਾਹੀਦਾ। ਇਹ ਤਾਂ ਬੈਠ ਕੇ ਜਿਹੜੇ ਲੀਡਰ ਸਾਹਿਬਾਨ ਨੇ ਫੈਸਲਾ ਕਰਨਗੇ, ਨਾ ਮੈਂ ਕਰਨਾ, ਨਾ ਤੁਸੀਂ ਕਰਨਾ, ਨਾ ਕਿਸੇ ਨੇ ਕਰਨਾ। ਇਹ ਤਾਂ ਕੋਲੈਕਟਿਵ ਰਿਸਪੌਂਸਿਬਿਲਿਟੀ ਜਦੋਂ ਆ ਗਈ ਲੀਡਰਸ਼ਿਪ ਦੀ, ਜਿਸ ਤਰ੍ਹਾਂ ਉਹਨਾਂ ਨੇ ਬੰਦ ਕੀਤਾ ਹੈ, ਇਹਦੇ 'ਚ ਦੋ ਕਿੰਤੂ ਪ੍ਰੰਤ ਨਹੀਂ। ਮੈਂ ਉਹਦੇ ਉਸ ਵੇਲੇ ਹਾਜ਼ਰ ਸੀ ਜਦੋਂ ਉਹਨਾਂ ਨੇ ਬੈਠ ਕੇ ਇੱਕ ਕਮਰੇ 'ਚ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਦਾਦੂਵਾਲ ਸਾਹਿਬ ਹਾਜ਼ਰ ਸਨ, ਮੰਡ ਸਾਹਿਬ ਹਾਜ਼ਰ ਸਨ, ਮਾਨ ਹਾਜ਼ਰ ਸੀ, ਹਰਪਾਲ ਸਿੰਘ ਚੀਮਾ ਹਾਜ਼ਰ ਸੀ, ਮੋਹਕਮ ਸਿੰਘ ਹਾਜ਼ਰ ਸੀ, ਗੁਰਦੀਪ ਸਿੰਘ ਹਾਜ਼ਰ ਸੀ, ਮਨਾਵਾ ਹਾਜ਼ਰ ਸੀ, ਉੱਥੇ ਜਸਕਰਨ ਸਿੰਘ ਹਾਜ਼ਰ ਸੀ, ਹੋਰ 5-7 ਆਦਮੀ ਸੀ। ਉਹਨਾਂ ਨੇ ਇਹ ਗੱਲ ਜਿਹੜੀ ਹੈ ਕਿਸੇ ਨੇ ਉਦੋਂ ਕਿੰਤੂ ਪ੍ਰੰਤੂ ਨਹੀਂ ਕੀਤਾ ਵੀ ਇਹ ਮੋਰਚਾ ਜਿਹੜਾ ਬੰਦ ਨਹੀਂ ਹੋਣਾ ਚਾਹੀਦਾ। ਉਹ ਸਾਰੇ ਇਕੱਠੇ ਉਸ ਕਮਰੇ 'ਚੋਂ ਇਹ ਫੈਸਲਾ ਕਰਕੇ ਨਿਕਲੇ ਨੇ ਕਿ ਅੱਜ ਮੋਰਚਾ ਬੰਦ ਕਰ ਦੇਣਾ। ਤੇ ਇਸ ਕਰਕੇ ਜਿਹੜਾ ਵੀ ਸੱਜਣ ਉਹਦੇ ਖਿਲਾਫ ਕਰ ਰਿਹਾ ਵੀ ਮੰਡ ਇਕੱਲੇ ਨੇ ਚੁੱਕ ਦਿੱਤਾ ਚਾਹੇ ਦੂਜੇ ਨੇ ਚੁੱਕ ਦਿੱਤਾ, ਉਹ ਠੀਕ ਨਹੀਂ ਕਰ ਰਿਹਾ, ਉਹਨੂੰ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਇਹ ਸਾਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਦਫਾ ਆਇਆ ਵੀ 1-2 ਕੈਬਨਿਟ ਮਿਨਿਸਟਰ ਆਪੋਜੀਟ ਗਰੁੱਪ 'ਚ ਜਾ ਕੇ ਉਹਨਾਂ ਨੇ ਅਨਾਉਂਸ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਰੰਧਾਵੇ ਨੇ, ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇਹ ਗੱਲਾਂ ਕਹਿਣਾ, ਅਸੀਂ ਇਹਨਾਂ 'ਤੇ ਫੁੱਲ ਚੜਾਵਾਂਗੇ। ਠੀਕ ਹੈ ਨਾ। ਅਤੇ ਜੇ ਹੁਣ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਗੱਲਾਂ ਕਹਿ ਕੇ ਮੁੱਕਰ ਜਾਂਦੇ ਨੇ ਤਾਂ ਦੋਸ਼ੀ ਕੌਣ ਹੋਏਗਾ? ਇਹ ਆਪਾਂ ਇਤਿਹਾਸਿਕ ਤੌਰ 'ਤੇ ਅਨੰਦਪੁਰ ਦੇ ਜਿਹੜਾ ਗੁਰੂ ਸਾਹਿਬ ਨੇ ਛੱਡਿਆ ਸੀ, ਇੱਦਾਂ ਹੀ ਹੋਇਆ ਸੀ। ਅਸੀਂ ਰਾਤੀ ਜਿਹੜਾ ਅਸੀਂ ਇਸ ਗੱਲ 'ਤੇ ਸਲਾਹ ਕੀਤੀ ਹੈ, ਇੱਕ ਫੋਲੋ ਅਪ ਐਕਸ਼ਨ ਕਮੇਟੀ ਅਸੀਂ ਚੰਡੀਗੜ੍ਹ ਬਣਾ ਰਹੇ ਹਾਂ। 2-3 ਵਕੀਲ ਹੋਣਗੇ, 2 ਸੱਜਣ ਹੋਣਗੇ, ਅਸੀਂ ਉਹਨਾਂ ਨਾਲ ਆ ਕੇ ਸਰਕਾਰ ਦੇ ਦੂਜੇ ਤੀਜੇ ਜਾ ਕੇ ਫੋਲੋ ਅਪ ਕਰਾਂਗੇ ਵੀ ਦੱਸੋ ਤੁਸੀਂ ਵਾਅਦੇ ਕੀਤੇ ਸੀ, ਲਿਆਓ ਦਿਓ। ਲੇਕਿਨ ਇਹ ਤਾਂ ਨਹੀਂ ਨਾ ਇਹਦਾ ਹੱਲ ਹੈਗਾ ਵੀ ਅਸੀਂ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਨੀ ਸ਼ੁਰੂ ਕਰ ਦਈਏ। ਹੱਲ ਕਰਨ ਦਾ ਤਰੀਕਾ ਇਹੋ ਹੀ ਹੈ ਨਾ ਵੀ ਅਸੀਂ ਫੋਲੋ ਅਪ ਐਕਸ਼ਨ ਕਮੇਟੀ, ਹੁਣ ਮੈਂ ਇੱਥੇ ਬੈਠਾ, ਮੇਰੇ ਸੱਜਣ ਇੱਥੇ ਕਈ ਬੈਠੇ ਨੇ, ਅਸੀਂ ਰੋਜ਼ ਜਾਵਾਂਗੇ, ਅਸੀਂ ਦੂਜੇ ਦਿਨ ਜਾਵਾਂਗੇ, ਤੀਜੇ ਦਿਨ ਜਾਵਾਂਗੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਮੰਨ ਕੇ ਆਏ ਆ, ਤੁਸੀਂ ਇਹਦੇ 'ਤੇ ਫੁੱਲ ਚੜਾਓ। ਬਰਗਾੜੀ 'ਚ ਹੋਰ ਕਿਸੇ ਮੋਰਚਾ ਲਾਉਣ ਦੀ ਅਜੇ ਕੋਈ ਸੰਭਾਵਨਾ ਜਾਂ ਕੋਈ ਫੈਸਲਾ ਨਹੀਂ ਹੋਇਆ। ਚਿੱਠੀ ਦੇ ਵਿੱਚ ਜਥੇਦਾਰ ਸਾਹਿਬ ਨੇ ਗੱਲ ਕਹਿ ਦਿੱਤੀ ਵੀ ਅਗਲਾ ਮੋਰਚਾ ਲਾਣਾ ਹੈ, ਜਦੋਂ ਲਾਣਾ ਹੈ ਅਸੀਂ ਇਕੱਠੇ ਬੈਠ ਕੇ ਕਮੇਟੀ ਕੋਈ ਨਾਲ ਤੁਹਾਡੇ ਜਿਹੜੀ ਹੈ ਸਹਿਯੋਗ ਦੇ ਕੇ ਫਿਰ ਉਹਦਾ ਫੈਸਲਾ ਕਰਾਂਗੇ, ਕਿੱਥੇ ਲਾਉਣਾ, ਕਦੋਂ ਲਾਉਣਾ, ਕਿਸ ਤਰ੍ਹਾਂ ਲਾਉਣਾ, ਕਿਸ ਮਦਦ 'ਤੇ ਲਾਉਣਾ, ਇਹ ਸਮਾਂ ਦੱਸੇਗਾ। ਜੇ ਇਸ ਵੇਲੇ ਸਾਡੇ ਕੋਲ ਇਹਦਾ ਜਵਾਬ ਨਹੀਂ ਕੋਈ ਹੈਗਾ। ਦਾਦੂਵਾਲ ਵੱਲੋਂ ਲਗਾਤਾਰ ਭਾਈ ਧਿਆਨ ਸਿੰਘ ਮੰਡ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਮੰਡ ਨੇ ਮੋਰਚਾ ਸਮਾਪਤ ਕਰਨ ਦਾ ਆਹ ਫੈਸਲਾ ਲੈ ਲਿਆ ਤੋਂ ਬਾਅਦ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਨੇ ਕਿਹਾ ਕਿ ਦਾਦੂਵਾਲ ਵੱਲੋਂ ਲਾਏ ਜਾ ਰਹੇ ਦੋਸ਼ ਗਲਤ ਨੇ। ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਪੱਤਰ ਰਾਹੀਂ ਦਾਦੂਵਾਲ ਅਤੇ ਮੰਡ ਵਿਚਕਾਰ ਚੱਲ ਰਹੇ ਮਤਭੇਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਜਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਇੱਕ ਵੱਡਾ ਖੁਲਾਸਾ ਕਰ ਦਿੱਤਾ।
ਦਾਦੂਵਾਲ ਵੱਲੋਂ ਜੋ ਦੋਸ਼ ਲਾਏ ਜਾ ਰਹੇ ਸਨ ਕਿ ਮੰਡ ਨੇ ਮੋਰਚੇ ਤੇ ਡਿਕਟੇਟਰਸ਼ਿਪ ਕੀਤੀ ਅਤੇ ਮੋਰਚਾ ਸਮਾਪਤ ਕਰਨ ਦਾ ਇਕੱਲੇ ਹੀ ਫੈਸਲਾ ਲੈ ਲਿਆ। ਫਿਲਹਾਲ ਹੁਣ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਮਰ ਸਿੰਘ ਨੇ ਦੱਸਿਆ ਕਿ ਫੈਸਲਾ ਜਦ ਹੋਇਆ ਉਸ ਵਕਤ ਮੰਡ ਸਾਹਿਬ ਨਾਲ ਦਾਦੂਵਾਲ ਸਮੇਤ ਹੋਰ ਵੀ ਮੋਰਚੇ ਦੇ ਆਗੂ ਮੌਜੂਦ ਸਨ, ਪਰ ਹੁਣ ਜੋ ਦੋਸ਼ ਲਾਏ ਜਾ ਰਹੇ ਹਨ ਉਹ ਗਲਤ ਨੇ। ਇਹ ਤਾਂ ਬੈਠ ਕੇ ਜਿਹੜੇ ਲੀਡਰ ਸਾਹਿਬਾਨ ਨੇ ਫੈਸਲਾ ਕਰਨਗੇ, ਨਾ ਮੈਂ ਕਰਨਾ, ਨਾ ਤੁਸੀਂ ਕਰਨਾ, ਨਾ ਕਿਸੇ ਨੇ ਕਰਨਾ। ਇਹ ਤਾਂ ਕੋਲੈਕਟਿਵ ਰਿਸਪੌਂਸਿਬਿਲਿਟੀ ਜਦੋਂ ਆ ਗਈ ਲੀਡਰਸ਼ਿਪ ਦੀ, ਜਿਸ ਤਰ੍ਹਾਂ ਉਹਨਾਂ ਨੇ ਬੰਦ ਕੀਤਾ ਹੈ, ਇਹਦੇ 'ਚ ਦੋ ਕਿੰਤੂ ਪ੍ਰੰਤ ਨਹੀਂ। ਮੈਂ ਉਹਦੇ ਉਸ ਵੇਲੇ ਹਾਜ਼ਰ ਸੀ ਜਦੋਂ ਉਹਨਾਂ ਨੇ ਬੈਠ ਕੇ ਇੱਕ ਕਮਰੇ 'ਚ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਦਾਦੂਵਾਲ ਸਾਹਿਬ ਹਾਜ਼ਰ ਸਨ, ਮੰਡ ਸਾਹਿਬ ਹਾਜ਼ਰ ਸਨ, ਮਾਨ ਹਾਜ਼ਰ ਸੀ, ਹਰਪਾਲ ਸਿੰਘ ਚੀਮਾ ਹਾਜ਼ਰ ਸੀ, ਮੋਹਕਮ ਸਿੰਘ ਹਾਜ਼ਰ ਸੀ, ਗੁਰਦੀਪ ਸਿੰਘ ਹਾਜ਼ਰ ਸੀ, ਮਨਾਵਾ ਹਾਜ਼ਰ ਸੀ, ਉੱਥੇ ਜਸਕਰਨ ਸਿੰਘ ਹਾਜ਼ਰ ਸੀ, ਹੋਰ 5-7 ਆਦਮੀ ਸੀ। ਉਹਨਾਂ ਨੇ ਇਹ ਗੱਲ ਜਿਹੜੀ ਹੈ, ਕਿਸੇ ਨੇ ਉਦੋਂ ਕਿੰਤੂ ਪਰੰਤੂ ਨਹੀਂ ਕੀਤਾ ਕਿ ਇਹ ਮੋਰਚਾ ਜਿਹੜਾ ਬੰਦ ਨਹੀਂ ਹੋਣਾ ਚਾਹੀਦਾ। ਉਹ ਸਾਰੇ ਇਕੱਠੇ ਉਸ ਕਮਰੇ 'ਚੋਂ ਇਹ ਫੈਸਲਾ ਕਰਕੇ ਨਿਕਲੇ ਨੇ ਕਿ ਅੱਜ ਮੋਰਚਾ ਬੰਦ ਕਰ ਦੇਣਾ। ਤੇ ਇਸ ਕਰਕੇ ਜਿਹੜਾ ਵੀ ਸੱਜਣ ਉਹਦੇ ਖਿਲਾਫ ਕਰ ਰਿਹਾ ਵੀ ਮੰਡ ਇਕੱਲੇ ਨੇ ਚੁੱਕ ਦਿੱਤਾ ਚਾਹੇ ਦੂਜੇ ਨੇ ਚੁੱਕ ਦਿੱਤਾ, ਉਹ ਠੀਕ ਨਹੀਂ ਕਰ ਰਿਹਾ, ਉਹਨੂੰ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਦਿਨੋ ਦਿਨ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਹੁਣ ਭਾਜਪਾ ਵਰਕਰਾਂ ਨੇ ਉਹਨਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਹੁਣ ਕੀ ਹੈ ਵਿਵਾਦ, ਤੇ ਆਓ ਦੇਖਦੇ ਹਾਂ। ਅੰਮ੍ਰਿਤਸਰ ਦੇ ਵਿੱਚ ਅੱਜ ਭਾਜਪਾ ਵਰਕਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਅਤੇ ਸਿੱਧੂ ਤੇ ਕੱਸ-ਕੱਸ ਕੇ ਨਿਸ਼ਾਨੇ ਸਾਧੇ। ਵਰਕਰਾਂ ਨੇ ਕਿਹਾ ਕਿ ਸਿੱਧੂ ਨੇ ਵੋਟਾਂ ਵੇਲੇ ਜੋ ਵਾਅਦੇ ਕੀਤੇ ਸੀ, ਉਹ ਵਾਅਦੇ ਸਿੱਧੂ ਨੇ ਪੂਰੇ ਨਹੀਂ ਕੀਤੇ ਅਤੇ ਸਿੱਧੂ ਨੇ ਝੂਠ ਬੋਲ ਕੇ ਸੀਟ ਹਾਸਿਲ ਕੀਤੀ ਹੈ। ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸਿੱਧੂ ਸਟਾਰ ਬਣਨ ਦੇ ਚੱਕਰ ਵਿੱਚ ਬਾਹਰ ਘੁੰਮ ਰਹੇ ਹਨ, ਪਰ ਆਪਣੇ ਦੇਸ਼ ਵੱਲ ਧਿਆਨ ਨਹੀਂ ਦੇ ਰਹੇ। ਵਰਕਰਾਂ ਨੇ ਸਿੱਧੂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੰਮ੍ਰਿਤਸਰ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਸਿੱਧੂ ਨੇ 10 ਦਿਨਾਂ ਵਿੱਚ ਨਹੀਂ ਕੀਤਾ ਤਾਂ ਉਹਨਾਂ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਵਿਰੋਧ ਪ੍ਰਦਰਸ਼ਨ ਵੀ ਤੇਜ਼ ਕੀਤਾ ਜਾਵੇਗਾ। ਅੱਜ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਗਈ ਹੈ, ਉਹਦਾ ਮੇਨ ਮਕਸਦ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਜੋ ਇਸ ਸ਼ਹਿਰ ਤੋਂ ਐਮਐਲਏ ਜਿੱਤੇ ਨੇ ਈਸਟ ਹਲਕੇ ਤੋਂ, ਔਰ ਅੱਜ ਲੋਕਲ ਬਾਡੀ ਮੰਤਰੀ ਨੇ ਇਹ ਪੰਜਾਬ ਗਵਰਨਮੈਂਟ ਦੇ ਵਿੱਚ, ਔਰ ਉਸ ਸ਼ਹਿਰ ਦੇ ਵਿੱਚ ਬਹੁਤ ਜਿਹੜੀ ਗੰਦਗੀ ਫੈਲੀ ਹੈ। ਔਰ ਅੱਜ ਤੁਸੀਂ ਉਹ ਜਿਹੜੀ ਬਰਸਾਤ ਦੇ ਵਿੱਚ ਟੋਆ ਪੈ ਗਿਆ ਸੀ ਮਾਰ ਰੋਡ ਤੇ, ਜਿਨ੍ਹਾਂ ਦਾ ਸਾਰੇ ਸ਼ਹਿਰ ਨੂੰ ਮੁਸ਼ਕਲ ਆ ਰਹੀ ਹੈ, ਔਰ ਟ੍ਰੈਫਿਕ ਦਾ ਸ਼ਹਿਰ 'ਚ ਬੁਰਾ ਹਾਲ ਆ, ਗੰਦਗੀ ਦਾ ਬੁਰਾ ਹਾਲ ਆ, ਔਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਰਕਾਰ ਲਿਆਂਦੀ ਗਈ ਸੀ, ਉਸ ਸੰਬੰਧੀ ਕੋਈ ਵੀ ਕਿਸੇ ਗੱਲ ਤੇ ਪੂਰਾ ਨਹੀਂ ਉਤਰੇ। ਨਵਜੋਤ ਸਿੰਘ ਸਿੱਧੂ ਸਟਾਰ ਕੰਪੇਨਰ ਦੇ ਹੋਣ ਦੇ ਬਾਵਜੂਦ ਬਾਰ-ਬਾਰ ਫਿਰੀ ਜਾਂਦਾ, ਔਰ ਸ਼ਹਿਰ ਦੇ ਵੱਲ ਕੋਈ ਧਿਆਨ ਨਹੀਂ ਹੈ। ਇਸ ਕਰਕੇ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਇਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰੇ ਤਾਂ ਠੀਕ ਹੈ, ਨਹੀਂ ਤਾਂ ਅਸੀਂ 10 ਦਿਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਾਂਗੇ ਪੁਰਲੀਗੜ੍ਹ ਚੌਕ ਦੇ ਵਿੱਚ, ਔਰ ਨਵਜੋਤ ਸਿੰਘ ਸਿੱਧੂ ਦਾ ਘਰਾਓ ਵੀ ਕਰਾਂਗੇ, ਉਹਨੂੰ ਕਾਲੇ ਝੰਡੇ ਵੀ ਵਿਖਾਏ ਜਾਣਗੇ। ਇਸ ਸੰਬੰਧ ਵਿੱਚ ਅਸੀਂ ਅੱਜ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਕਿ ਉਹ ਸ਼ਹਿਰ ਦੀ ਡਿਵੈਲਪਮੈਂਟ ਵੱਲ ਧਿਆਨ ਦੇਵੇ। ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਹਲਕੇ ਦੇ ਪਿੰਡ ਭਗਤਪੁਰਾ ਵਿੱਚ ਅਕਾਲੀ ਸਰਪੰਚ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ, ਪਰ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ ਮੌਤ ਨਹੀਂ ਹੋਈ, ਉਹਨਾਂ ਦਾ ਕਤਲ ਕੀਤਾ ਗਿਆ ਹੈ, ਜਿਸ ਦੇ ਚੱਲਦੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਪਹਿਲੋਂ ਝਗੜਾ ਹੋਇਆ ਸੀ, ਉਹਨਾਂ ਇਹ ਵੀ ਕਿਹਾ ਸੀ ਤੈਨੂੰ ਸਰਪੰਚ ਨਹੀਂ ਬਣ ਦੇਣਾ, ਨਾਲੇ ਉਹਨਾਂ ਨੇ ਧਮਕੀਆਂ ਦਿੱਤੀਆਂ ਸੀ। ਜ਼ਮਾਨਤ ਤਾਂ ਪਹਿਲੋਂ ਗਾਹ ਕਰਾਤੀਆਂ, ਜਿੱਦਣ ਜ਼ਮਾਨਤ ਹੋਈ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਜ਼ਮਾਨਤ, ਫਿਰ ਉਹਨਾਂ ਮੁੰਡੇ ਪਜਾਏ ਕੱਲ 2-3 ਵਜੇ ਦੁਪਹਿਰੀ। ਇਹ ਲੋਕ ਇੱਕ ਮਾਂ ਦੇ ਵਿੱਚ ਬਿੱਟੂ ਤੇ ਬਰੀਤਾ, ਮੁੜ ਕੇ ਮਾਂ ਜਾਨ ਛਡਾਈ ਤੇ ਮੁੜ ਕੇ ਸ਼ਾਮਾਂ ਨੂੰ ਆਈ 12 ਪੜ ਕੇ ਹੋਏ, ਫਿਰ ਹਸਪੀਟਲ ਆ ਗਏ। ਕਾਲੀਆਂ ਵੱਲੋਂ ਉਹ ਕਾਂਗਰਸ ਦੇ ਹੀ ਪਹਿਲੋਂ ਕਹਿੰਦੇ ਸੀ ਜਾਨੋਂ ਮਾਰਨਾ ਵਾ, ਬਿੱਟੂ ਨੂੰ ਤੇ ਬਰੀਤੇ ਨੂੰ ਕਹਿੰਦੇ ਸੀ ਜਾਨੋਂ ਮਾਰਨਾ ਵਾ। ਆਡੇ ਇੱਕ ਬੰਦੇ ਨੇ ਵੋਟੀਆਂ ਵਾਲੇ ਮੁੰਡੇ ਆਏ ਤੇ ਮੁੰਡੇ ਦੇ ਮਗਰ ਚੜੇ, ਗਲੀ ਭਜਾਇਆ, ਪੁਲਿਸ ਵੀ ਮਗਰ ਭੱਜੀ, ਨਹੀਂ ਮੁੰਡਾ ਫੜਿਆ ਗਿਆ, ਉਹਨੂੰ ਵੀ ਆਂਦੇ ਤੈਨੂੰ ਜਾਨੋਂ ਮਾਰਨਾ। ਕੱਲ ਆਉਂਦੇ ਆ ਤੇ ਅੱਗੇ ਹੀ ਮੋਟਰਸਾਈਕਲ ਤੇ ਅਸੀਂ ਪਿੱਛੇ ਆ, ਮੈਂ ਤੇ ਦਵਿੰਦਰ। ਮੈਨੂੰ ਨਾ ਪਹਿਲੋਂ ਲੱਤ ਮਾਰੀ ਹੈ ਮੋਟਰਸਾਈਕਲ ਵਾਲੇ ਨੇ, ਇੱਕ ਨੇ ਵਸਣ ਦੇ ਨਾਲ ਇੱਕ ਬੰਦਾ ਹੀ, ਇੱਕ ਚਲਾਉਣ ਡਿਆ ਸੀ, ਇੱਕ ਨੇ ਲੱਤ ਮਾਰੀ ਤੇ ਮੋਟਰਸਾਈਕਲ ਤੇ ਡੇਪਿਆ, ਮਗਰੋਂ ਗੱਡੀ ਆਈ ਹੈ ਤੇ ਉਹਦੀਆਂ ਲਾਟਾਂ ਪਾਉਂਦੀ। ਆਏ ਮੈਨੂੰ ਨਹੀਂ ਪਤਾ ਲੱਗਾ ਕੁਛ ਦਿੱਤਾ, ਆਏ ਸਿਰ ਦਾ ਕੱਖ ਨਹੀਂ ਰਿਹਾ, ਮੈਂ ਤੇ ਇਹਦੇ ਵੱਲ ਵੇਖਣਾ ਮੈਨੂੰ ਨਹੀਂ। ਫਗਵਾੜਾ ਦਾ ਮੇਅਰ ਅਰੁਣ ਕੁਮਾਰ ਖੋਸਲਾ ਕਾਂਗਰਸ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗਲੇ ਦੀ ਹੱਡੀ ਬਣ ਗਏ ਹਨ। ਉਹਨਾਂ ਨੇ ਕਾਂਗਰਸ ਸਿੱਧੂ ਅਤੇ ਕਮਿਸ਼ਨਰ ਸਮੇਤ ਕਈ ਕੌਂਸਲਰਾਂ ਉੱਤੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਨ ਨੂੰ ਲੈ ਕੇ ਹਾਈ ਕੋर्ट ਵਿੱਚ याचिका दाखिल की है। ये पूरा मामला ये है कि कई सालों से हम देख रहे हैं, जैसे जब भी सरकार की विरोधी धिर किसी म्यूनसिपल कॉरपोरेशन पे कब्जा कर लेती है, जीत जाती है, तो उसको काम नहीं करने दिया जाता। इसी संदर्भ में ये केस है कि अरुण खोसला जी जो मेयर हैं म्यूनसिपल कॉरपोरेशन फगवाड़ा की,
उन्होंने ये पिटीशन फाइल की थी। 3 मुद्दे उसमें उन्होंने उठाए थे। नंबर 1 कि जो नवजोत सिंह सिद्धू कैबिनेट मिनिस्टर हैं लोकल बॉडीज गवर्नमेंट के, उन्होंने एक कमेटी बिठा दी जिसमें 4 मेंबर उन्होंने निर्धारित कर दिए कि वो 4 मेंबर होंगे। 4 मेंबर कांग्रेस के थे, एक डिफीटेड कांग्रेस एमएलए था, डिस्ट्रिक्ट कांग्रेस का प्रेसिडेंट था और 2 काउंसलर थे जो कांग्रेस के थे म्यूनसिपल कॉर्पोरेशन फगवाड़ा में। कि ये कमेटी के 2-3 उन्होंने जो कंप्लेंटें आई हुई थी उनकी इंक्वायरी करेंगे और उन्होंने इंक्वायरी की। साथ में असिस्टेंट जो कमिश्नर थे वो भी एसोसिएट हुए। फिर इंक्वायरी करके उन्होंने रिपोर्ट सीधी भेज दी मंत्री साहब के ऑफिस में और मेयर तक को रिपोर्ट की कापी तक भी नहीं दी। ये उनका गिला था कि ये गैर संवैधानिक कमेटियाँ बनाने का कोई काम नहीं। जो कमेटियाँ बनानी होती हैं जो म्यूनसिपल कॉर्पोरेशन ने खुद बनानी होती हैं, मेयर ने बनानी होती हैं। और कुछ कमेटियाँ तो ऐसी हैं जिनका मेयर एक्स ऑफिशियो चेयरमैन होता है, वो दूसरा कोई बैठ ही नहीं सकता ऐसी कमेटी में। तो दूसरा मुद्दा उन्होंने ये उठाया था और जो पहला मुद्दा उसमें उन्होंने ये डायरेक्शन मांगी है कि जो मंत्री जी हैं इनको रोका जाए कि आगे से ऐसी कमेटी ना बनाएं और इस कमेटी की जो भी प्रोसीडिंग है सारी को खारिज किया जाए। दूसरा मुद्दा उन्होंने ये उठाया था कि मंत्री जी कुछ उद्घाटन कर रहे हैं और जहाँ करवा रहे हैं जो म्यूनसिपल कमेटी म्यूनसिपल कॉर्पोरेशन के जो फंड्स हैं उनके यूज़ करके जो प्रोजेक्ट बन रहे हैं, जो काम हो रहे हैं, उनका उद्घाटन वो डिफीटेड कांग्रेस एमएलए वगैरह से करवा रहे हैं, जो कि गलत है। एग्जांपल उन्होंने दिया है कि जून 2018 में मल्टी लेवल पार्किंग का जो म्यूनसिपल कमेटी कॉर्पोरेशन के फंड्स से ही बनी थी उसका उद्घाटन था। तो जो इनविटेशन कार्ड छापे गए उसमें मेयर का नाम भी नहीं था और डिस्ट्रिक्ट कांग्रेस कमेटी के प्रेसिडेंट का नाम था उसमें। तो इस ऐसी टेंडेंसीज जो ऐसे कामों को भी रोकने के लिए हमने गुहार की है ऑनरेबल हाई कोर्ट के पास। तीसरा मुद्दा उन्होंने ये उठाया था कि जो म्यूनसिपल कॉर्पोरेशन एक्ट है उसमें बड़ा क्लियर प्रोविजन है कि जो भी इंफॉर्मेशन या डॉक्यूमेंट या कोई रिपोर्ट यदि मेयर मांगता है अपने कमिश्नर से तो कमिश्नर को तुरंत वो देनी होती है बगैर देरी किए। लेकिन उनकी किसी चिट्ठी का कोई असर वहाँ का कमिश्नर नहीं मान रहा क्योंकि वो सरकार के इशारे पर चल रहा है और कोई रिस्पॉन्ड तक नहीं कर रहा। तो उसके ऊपर एक्शन होना चाहिए और आगे से हदायत होनी चाहिए कि वो मेयर की जो भी हैं चिट्ठियाँ वगैरह जो रिपोर्टें मांगता है, जो भी डॉक्यूमेंट या इन्फॉर्मेशन मांगता है वो तुरंत सप्लाई करें। इन सभी मुद्दों पर 28 मार्च के लिए ऑनरेबल जस्टिस जितेंद्र चौहान जी ने नोटिस जारी किया है पंजाब सरकार को भी, एडिशनल चीफ सेक्रेटरी को भी, नवजोत सिंह सिद्धू जो कैबिनेट मिनिस्टर हैं बाई नेम उनको भी और वहाँ के कमिश्नर को और उन कांग्रेस के डिस्ट्रिक्ट के प्रेसिडेंट और जो काउंसलर हैं जो उस नजायज़ बनी हुई गैर संवैधानिक कमेटी के मेंबर थे उनको भी नोटिस जारी किया। ਪੰਜਾਬ ਸਰਕਾਰ ਦੇ ਮਾਈਨਿੰਗ ਨੂੰ ਲੈ ਕੇ ਸਖਤ ਹੁਕਮਾਂ ਦੇ ਬਾਵਜੂਦ ਵੀ ਮੌੜ ਮੰਡੀ ਇਲਾਕੇ ਵਿੱਚ ਬੇਖੌਫ ਮਾਈਨਿੰਗ ਦਾ ਕੰਮ ਖੁੱਲ੍ਹੇਆਮ ਕੀਤਾ ਜਾ ਰਿਹਾ ਹੈ ਅਤੇ ਜਿਸ ਤੇ ਮੌੜ ਮੰਡੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਛਾਪਾਮਾਰੀ ਕਰਕੇ ਇੱਕ ਟਰਾਲਾ ਅਤੇ ਇੱਕ ਜੀਸੀਬੀ ਮਸ਼ੀਨ ਸਮੇਤ 2 ਲੋਕਾਂ ਨੂੰ ਕਾਬੂ ਕਰ ਲਿਆ ਹੈ। ਮੌੜ ਮੰਡੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। एएसआई ज्ञानचंद पर पास इतला आई सी बखूरी हुई सी भी थमनगढ़ पिंड के नेड़े कोई बंदे माइनिंग का काम कर रहे हैं ਤੇ ਉਹਨਾਂ ਦੇ ਨਾਂ ਇਕਬਾਲ ਸਿੰਘ ਤੇ ਬਲਬੀਰ ਸਿੰਘ ਕਰਕੇ ਪਤਾ ਲੱਗੇ ਸੀਗੇ। ਜੋ ਮੌਕੇ ਤੇ ਰੇਡ ਕੀਤਾ ਗਿਆ ਤਾਂ ਇੱਕ ਜੀਸੀਬੀ ਮਸ਼ੀਨ ਜਿਸ ਨੂੰ ਬਲਬੀਰ ਸਿੰਘ ਚਲਾ ਰਿਹਾ ਸੀ ਤੇ ਇੱਕ ਟਰੈਕਟਰ ਟਰਾਲੀ ਜਿਹਨੂੰ ਇਕਬਾਲ ਸਿੰਘ ਚਲਾ ਰਿਹਾ ਸੀ ਇਹ ਮੌਕੇ ਤੋਂ ਫੜੇ ਗਏ ਨੇ। ਜਿਹੜੇ ਮਾਈਨਿੰਗ ਦਾ ਇਹਨਾਂ ਨੇ ਤਕਰੀਬਨ ਥਮਨਗੜ੍ਹ ਦੇ ਅੱਡੇ ਤੋਂ 2.5 ਕਿਲੋਮੀਟਰ ਛਿਪਦੇ ਵੱਲ ਨੂੰ ਇਹਨਾਂ ਨੇ ਖੱਡਾ ਲਾਇਆ ਹੋਇਆ ਸੀਗਾ। ਪਤਾ ਕਰਨ ਤੇ ਇਹ ਗੱਲ ਪਤਾ ਲੱਗੀ ਹੈ ਵੀ ਇਹ ਭੋਲਾ ਸਿੰਘ ਤੋਂ ਜ਼ਮੀਨ ਇਹਨਾਂ ਨੇ ਠੇਕੇ ਤੇ ਲਈ ਸੀ। ਠੇਕੇ ਤੇ ਲੈ ਕੇ ਇਹਨਾਂ ਨੇ ਉਹ ਨੀਵੀਂ ਕਰਨੀ ਸੀ, ਪਰ ਜਦੋਂ ਨੀਵੀਂ ਕਰਦੇ ਵਕਤ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਬਰੇਤੀ ਹੈਗੀ ਹੈ ਤਾਂ ਇਹਨਾਂ ਨੇ ਲਾਲਚਵਸ ਪੈ ਕੇ ਉਹ ਬਰੇਤੀ ਕੱਢਣੀ ਸ਼ੁਰੂ ਕਰਤੀ ਸੀ। ਜੋ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਇਹਨਾਂ ਨੇ 25-30 ਟਰਾਲੀਆਂ ਉਤੋਂ ਕੱਢ ਕੇ ਵੇਚਤੀ ਹੈ ਤੇ ਇਸ ਦੇ ਸੰਬੰਧੀ ਸਾਡਾ ਉਪ ਮਾਈਨਿੰਗ ਅਫਸਰ ਮੋਗਾ ਨਾਲ ਤਾਲਮੇਲ ਹੋਇਆ ਹੈ, ਜਿਨ੍ਹਾਂ ਨੂੰ ਅਸੀਂ ਇਹਦੇ ਅਗਲੀ ਕਾਰਵਾਈ ਲਈ ਲਿਖ ਕੇ ਭੇਜ ਦਿੱਤਾ ਗਿਆ ਹੈ। ਹੋਰ ਰਿਕਾਰਡ ਵੀ ਇਕੱਠਾ ਕੀਤਾ ਜਾਏਗਾ ਤੇ ਭੋਲਾ ਸਿੰਘ ਇਸ 'ਚ ਹਜੇ ਗ੍ਰਿਫਤਾਰ ਕਰਨਾ ਬਾਕੀ ਹੈ। ਬਾਕੀ 2 ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਅੱਜ ਪੇਸ਼ ਕੀਤਾ ਜਾਏਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।